सोच ते पहरा देंगे ठोक के, बाबा साहब तेरी सोच ते पहरा देंगे ठोक के। नरेंद्र एक मिनट आ जाओ साहिब साहब, आओ इधर मैनेजर साहब, आओ पाजी आ जाओ, पाजी आ जाओ, आ जाओ, आ जाओ सारे। बाबा साहब तेरी सोच ते पहरा देंगे ठोक के, बाबा साहब तेरी सोच ते पहरा देंगे ठोक के। समय तो ਜਿਹੜਾ ਸਾਡਾ ਟੁੱਟ ਗਿਆ ਸੀ, ਹੁਣ ਛੋਟੇ ਸਮੇਂ ਤੋਂ ਕੁਝ ਤੋਂ ਬੜੀ ਜਾਗਰਤੀ ਆਈ, ਔਰ ਉਹਦੇ ਵਿੱਚ ਜਿੱਥੇ ਸਰਦਾਰ ਨਿਰਮਲ ਸਿੰਘ ਸੁਮਨ ਜੀ ਠੇਕੇਦਾਰ ਸਾਹਿਬ ਜਿਨ੍ਹਾਂ ਨੇ ਆਪਣੀ ਪੂਰੀ ਜੀਵਨ ਲਾਇਆ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਲਿਆਉਣ 'ਚ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਸ਼ਖਸੀਅਤ ਮਾਨਯੋਗ ਸ਼ਖਸੀਅਤ ਹੈ। ਔਰ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਭੀਮ ਰਾਓ ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਰਣਵੀਰ ਜੀ ਦਾ, ਕਿਉਂਕਿ ਅੱਜ ਉਹਨਾਂ ਨੇ ਵੀ ਆਉਣਾ ਸੀ, ਕਿਸੇ ਕਾਰਨ ਸ਼ਾਇਦ ਕਰਕੇ ਨਹੀਂ ਆ ਸਕੇ। ਉਹਨਾਂ ਨੇ ਬੜੀ ਜਿਹੜਾ ਜੱਦੋਜਹਿਦ ਕਰਕੇ ਜਿਹੜਾ ਇਹ ਕਾਫਲਾ ਇਹਨੂੰ ਅੱਗੇ ਤੱਕ ਤੋਰਿਆ। ਮੈਂ ਦਿਲੋਂ ਧੰਨਵਾਦ ਕਰਦਾ ਮੇਰੇ ਵੱਡੇ ਵੀਰ। ਅਸੀਂ ਇੱਕੋ ਮਾਂ ਦੇ ਜਾਏ ਇੰਝ ਹੋ ਜਾਈਏ ਪਰਾਏ, ਇੱਥੋਂ ਵੈਸੇ ਭਾਈਚਾਰਾ ਸਾਡੇ ਇੱਕੋ ਹੀ ਹੈ ਜੀ, ਪਰ ਉਹ ਅਸੀਂ ਅਲੱਗ ਅਲੱਗ ਹੈ, ਦੋ ਜਿਸਮ ਇੱਕ ਜਾਨ। ਅਜੇ ਬੈਂਸ ਜੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਪਰ ਬੜੀ ਨਿੱਕੀ ਸ਼ਖਸੀਅਤ ਦੇ ਮਾਲਕ ਹੈ। ਉਸ ਤੋਂ ਬਾਅਦ ਸਾਡੇ ਦਰਸ਼ਨ ਸਿੰਘ ਜੀ ਲੈਕਚਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਦਿਵਸ ਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਹਾਂ। ਮੁੱਖ ਮਹਿਮਾਨ ਡਾਕਟਰ ਜਗਦੀਪ ਸਿੰਘ ਜੀ, ਬਾਕੀ ਆਪਣਾ ਭਾਈਚਾਰਾ ਸਾਰਾ। ਬਸ ਮੈਂ ਤਾਂ ਇੱਕੋ ਗੱਲ ਕਹਿਣੀ ਹੈ ਵੀ ਮੈਂ ਨਾ ਪਿਛਲੀ ਵਾਰ ਵੀ ਆਪਾਂ ਆਏ ਸੀਗੇ, ਮੈਨੂੰ ਨਾ ਮੈਂ ਇੱਕ ਤੁਹਾਡੇ ਨਾਲ ਕਿਸੇ ਵਾਕਿਆ ਹੀ ਸਾਂਝਾ ਕਰਨਾ। ਮੈਨੂੰ ਇੱਕ ਬੰਦੇ ਨੇ ਫੇਸਬੁੱਕ 'ਤੇ ਕਮੈਂਟ ਕੀਤਾ, ਕਹਿੰਦਾ ਵੀ ਬਸ ਸਮਾਗਮ ਮਨਾਉਣ ਤੋਂ ਬਾਅਦ ਡਾਕਟਰ ਅੰਬੇਦਕਰ ਨੂੰ ਕਹਿੰਦਾ ਕੋਈ ਯਾਦ ਨਹੀਂ ਕਰਦਾ। ਮੈਂ ਕਿਹਾ ਦੇਖੋ, ਮੈਂ ਉਹਨੂੰ ਜਵਾਬ ਦਿੱਤਾ, ਮੈਂ ਕਿਹਾ ਜਿਹੜਾ ਬੰਦਾ ਬਜ਼ੁਰਗਾਂ ਨੂੰ ਯਾਦ ਕਰ ਲੈਂਦਾ ਨਾ ਜੀ, ਉਹ ਸਮਝ ਲਓ ਵੀ ਸਾਰਾ ਕੁਝ ਯਾਦ ਕਰ ਲੈਂਦਾ। ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਚਾਹੇ ਸਮੇਂ ਵਾਲੇ ਦਿਨ ਯਾਦ ਕਰਦੇ ਹਾਂ, ਪਰ ਕਰਦੇ ਹਾਂ ਅਸੀਂ ਇਹਨਾਂ ਦਾ ਹੀ ਡਾਕਟਰ ਅੰਬੇਦਕਰ ਨੂੰ ਯਾਦ ਕਰੀਦਾ, ਉਹਨਾਂ ਦੇ ਜਿਹੜੇ ਦਿੱਤੇ ਹੋਏ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰੀਦੀ ਹੈ। ਬਾਕੀ ਧੰਨਵਾਦ, ਥੈਂਕ ਯੂ ਠੀਕ ਹੈ ਜੀ। ਮੈਂ ਬੇਨਤੀ ਕਰਾਂਗਾ ਸਰਦਾਰ ਨਿਰਮਲ ਸਿੰਘ ਸੁਮਨ ਜੀ ਠੇਕੇਦਾਰ। 132ਵਾਂ ਜਨਮ ਦਿਨ ਜਿਵੇਂ ਕਈ ਸਾਹਿਬ ਨੇ ਦੱਸਿਆ ਆਪਾਂ ਮਨਾ ਰਹੇ ਹਾਂ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਮੈਂ ਕੱਲ ਬੇਨਤੀ ਕੀਤੀ ਸੀ ਆਪਣੇ ਸਾਥੀਆਂ ਨੂੰ ਕਿ ਬਾਬਾ ਸਾਹਿਬ ਦੇ ਉੱਤੇ ਮੈਨੂੰ ਇੱਕ ਕਵਿਤਾ ਕੋਈ ਚਾਹੀਦੀ ਹੈ, ਵੀ ਕਿਤੇ ਲੋੜ ਹੈ ਬੋਲਣ ਦੀ, ਪਰ ਉਹ ਕੁਝ ਕਾਰਨਾਂ ਕਰਕੇ ਮੈਨੂੰ ਮੁਹੱਈਆ ਨਹੀਂ ਹੋਈ ਅਤੇ ਫਿਰ ਕੁਝ ਝਰੀਟਾਂ ਮੈਂ ਵੀ ਮਾਰ ਲੈਣਾ ਕਾਗਜ਼ ਉੱਤੇ ਕਈ ਵਾਰ, ਅਤੇ ਫਿਰ ਰਾਤੀ ਬੈਠ ਕੇ ਥੋੜ੍ਹਾ ਆਪਣੇ ਦਿਮਾਗ ਦੇ ਘੋੜੇ ਦੜਾ ਕੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਬਾਬਾ ਸਾਹਿਬ ਹੋਰੀ ਤਾਂ ਸੂਰਜ ਦੀ ਤਰ੍ਹਾਂ ਨੇ, ਅਤੇ ਮੇਰੀ ਇਹ ਕਵਿਤਾ ਤਾਂ ਇੱਕ ਛੋਟੇ ਜਿਹੇ ਦੀਵੇ ਦੀ ਤਰ੍ਹਾਂ ਹੈ। ਸੋ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮੈਂ ਪਹਿਲਾਂ ਹੀ ਮਾਫੀ ਮੰਗਦਾ। ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਜਾਣਨਾ ਪਾਉਣ ਦੀ, ਆਪਣੀਆਂ ਕੁਝ ਸਤਰਾਂ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਜਨਮ ਦਿਨ ਹੈ ਬਾਬਾ ਸਾਹਿਬ ਦਾ, ਜਨਮ ਦਿਨ ਹੈ ਬਾਬਾ ਸਾਹਿਬ ਦਾ, ਮੇਰੇ ਵੱਲੋਂ ਆਪ ਸਭ ਨੂੰ ਵਧਾਈਆਂ ਨੇ। ਉਹਨਾਂ ਬਰਾਬਰਤਾ ਦਾ ਸਾਨੂੰ ਅਧਿਕਾਰ ਦਿੱਤਾ, ਖੁਦ ਅਨੇਕਾਂ ਮੁਸੀਬਤਾਂ ਹੰਢਾਈਆਂ। ਹੁੰਦੇ ਰਹੇ ਵਿਤਕਰੇ ਦਾ ਸ਼ਿਕਾਰ ਅਕਸਰ, ਡੋਲੇ ਨਹੀਂ ਆਪਣੀ ਡਗਰ ਉੱਤੇ ਖੜੇ ਰਹੇ। ਮਨੁੱਖ ਸਾਰੇ ਹੀ ਇੱਕ ਬਰਾਬਰ ਹੁੰਦੇ, ਆਪਣੇ ਇਸ ਵਿਚਾਰ ਉੱਤੇ ਅੜੇ ਰਹੇ। ਉੱਚੀ ਜਾਤ ਵਾਲੇ ਜਾਤ ਅਭਿਮਾਨ ਕਰਦੇ, ਵਿੱਚ ਹੰਕਾਰ ਦੇ ਲਾਲੀਆਂ ਛਾਈਆਂ ਨੇ। ਜਨਮ ਦਿਨ ਹੈ ਬਾਬਾ ਸਾਹਿਬ ਦਾ, ਮੇਰੇ ਵੱਲੋਂ ਆਪ ਸਭ ਨੂੰ ਵਧਾਈਆਂ। ਬਚਪਨ ਵਿੱਚ ਤਿਰਸਕਾਰ ਨੂੰ ਝੱਲਿਆ ਸੀ, ਅਲੱਗ ਬੈਠਦੇ ਸੀ ਸਕੂਲ ਜਾ ਕੇ। ਪੜ੍ਹ ਲਿਖ ਕੇ ਨੌਕਰੀ ਤੇ ਆਏ ਜਦੋਂ, ਦਫ਼ਤਰ ਹਾਲ ਸੀ ਉਹੀ ਦੇਖਿਆ ਆ ਕੇ। ਫਰਕ ਖਤਮ ਕਰਨਾ ਛੋਟੇ ਵੱਡੇ ਦਾ ਮੈਂ, ਮਨ ਵਿੱਚ ਇਹ ਵਿਚਾਰਾਂ ਆਈਆਂ ਨੇ। ਜਨਮ ਦਿਨ ਹੈ ਬਾਬਾ ਸਾਹਿਬ ਦਾ, ਮੇਰੇ ਵੱਲੋਂ ਆਪ ਸਭ ਨੂੰ ਵਧਾਈਆਂ। ਲਿਤਾੜੇ ਹੋਏ ਲੋਕਾਂ ਤਾਈਂ ਉਹਨਾਂ ਆਪਣੇ ਗਲ ਦੇ ਨਾਲ ਲਾਇਆ ਸੀ। ਊਚ ਨੀਚ ਦਾ ਨਹੀਂ ਉਹ ਫਰਕ ਕੋਈ, ਸਾਰੇ ਸਮਾਜ ਤਾਈਂ ਸਮਝਾਇਆ ਸੀ। ਜੋ ਦੀਪਕ ਉਹਨਾਂ ਨੇ ਬਾਲਿਆ ਸੀ, ਉਸ ਦੀਆਂ ਹਰ ਪਾਸੇ ਰੋਸ਼ਨਾਈਆਂ ਨੇ। ਜਨਮ ਦਿਨ ਹੈ ਬਾਬਾ ਸਾਹਿਬ ਦਾ, ਮੇਰੇ ਵੱਲੋਂ ਆਪ ਸਭ ਨੂੰ ਵਧਾਈਆਂ। ਆਜ਼ਾਦੀ ਬਾਅਦ ਬਣੀ ਜਦੋਂ ਸੰਵਿਧਾਨ ਸਭਾ, ਉਸ ਸਭਾ ਦਾ ਮੁਖੀ ਸੀ ਲਗਾਇਆ ਗਿਆ। ਕਰਕੇ ਅਧਿਐਨ ਤੇ ਵਰਤ ਕੇ ਸੂਝ ਸਾਰੀ, ਸੰਵਿਧਾਨ ਭਾਰਤ ਦਾ ਸੀ ਬਣਾਇਆ ਗਿਆ। ਉਸੇ ਸੰਵਿਧਾਨ ਦੀ ਛਤਰ ਛਾਇਆ ਥੱਲੇ ਅਸੀਂ ਆਜ਼ਾਦੀਆਂ ਮਨਾਈਆਂ ਨੇ। ਜਨਮ ਦਿਨ ਹੈ ਬਾਬਾ ਸਾਹਿਬ ਦਾ, ਮੇਰੇ ਵੱਲੋਂ ਆਪ ਸਭ ਨੂੰ ਵਧਾਈਆਂ। 2 ਸਾਲ 11 ਮਹੀਨੇ 18 ਦਿਨ ਲਾ ਕੇ ਵਿਸ਼ਵ ਦੇ ਬਿਹਤਰੀਨ ਸੰਵਿਧਾਨਾਂ ਨੂੰ ਪੜ੍ਹਿਆ ਸੀ। ਸੂਝ ਬੂਝ ਨਾਲ ਚੰਗੀਆਂ ਗੱਲਾਂ ਲੈ ਕੇ ਭਾਰਤ ਦੇ ਸੰਵਿਧਾਨ ਨੂੰ ਘੜਿਆ ਸੀ। ਪ੍ਰਭੂਤਾ ਸੰਪੰਨ ਲੋਕ ਰਾਜੀ ਗਣਰਾਜ ਅਤੇ ਧਰਮ ਨਿਰਪੱਖ ਜਿਹੀਆਂ ਵਿਸ਼ੇਸ਼ਤਾ ਪਾਈਆਂ ਨੇ। ਜਨਮ ਦਿਨ ਹੈ ਬਾਬਾ ਸਾਹਿਬ ਦਾ, ਮੇਰੇ ਵੱਲੋਂ ਆਪ ਸਭ ਨੂੰ ਵਧਾਈਆਂ ਨੇ। ਉਸ ਰਸਤੇ ਦੇ ਪਾਂਧੀ ਬਣ ਜਾਈਏ, ਆਖਰੀ ਪੈਰਾ ਜੀ, ਉਸ ਰਸਤੇ ਦੇ ਪਾਂਧੀ ਬਣ ਜਾਈਏ ਜੋ ਰਾਹ ਬਾਬਾ ਸਾਹਿਬ ਦਿਖਾਇਆ ਸੀ। ਪੜ੍ਹ ਲਿਖ ਕੇ ਗਿਆਨਵਾਨ ਹੋ ਜਾਈਏ, ਬਾਬਾ ਸਾਹਿਬ ਨੇ ਇਹ ਸਮਝਾਇਆ ਸੀ।
ਹਥਿਆਰ ਵਿਦਿਆ ਦਾ ਹੁੰਦਾ ਸਭ ਨਾਲੋਂ ਵੱਡਾ। ਰਣਜੀਤ ਨੇ ਪੱਲੇ ਇਹ ਗੱਲਾਂ ਪਾਈਆਂ ਨੇ। ਜਨਮ ਦਿਨ ਹੈ ਬਾਬਾ ਸਾਹਿਬ ਦਾ, ਮੇਰੇ ਵੱਲੋਂ ਆਪ ਸਭ ਨੂੰ ਵਧਾਈਆਂ ਨੇ। ਉਹਨਾਂ ਸਮਾਨਤਾ ਦਾ ਸਾਨੂੰ ਅਧਿਕਾਰ ਦਿੱਤਾ, ਖੁਦ ਅਨੇਕਾਂ ਮੁਸੀਬਤਾਂ ਹੰਢਾਈਆਂ ਨੇ, ਖੁਦ ਅਨੇਕਾਂ ਮੁਸੀਬਤਾਂ ਹਟਾਈਆਂ ਨੇ। ਬਹੁਤ ਬਹੁਤ ਧੰਨਵਾਦ ਜੀ। ਇਹ ਇੱਕ ਛੋਟੀ ਜੀ ਕੋਸ਼ਿਸ਼ ਸੀ ਮੇਰੇ ਵੱਲੋਂ। ਜੇ ਕੁਝ ਗਲਤ ਹੈ ਡਾਕਟਰ ਬਾਬਾ ਸਾਹਿਬ ਭੀਮ ਅੰਬੇਦਕਰ ਜੀ ਦਾ ਜਨਮ ਦਿਨ। ਆਜ਼ਾਦ ਭਾਰਤ ਨੂੰ ਜਿੰਨੇ ਬਲੀਦਾਨਾਂ ਨਾਲ ਆਜ਼ਾਦ ਕਰਾਇਆ ਗਿਆ, ਤੇ ਜੇ ਅੱਜ ਤੁਸੀਂ ਮਾਣ ਨਾਲ ਜ਼ਿੰਦਗੀ ਜੀਂਦੇ ਪਿਓ, ਦੇਸ਼ ਦੀ ਤਕਦੀਰ ਸੁਨਹਿਰੀ ਬਣੀ, ਤੇ ਉਸ ਵਿੱਚ ਸਭ ਤੋਂ ਵੱਡਾ ਮੂਲ ਹੈ ਸੰਵਿਧਾਨ ਦਾ, ਜਿਸ ਨੇ ਦਇਆ, ਕਰਤੱਵ, ਫਰਜ਼, ਨਿਆਂ ਸਾਰਾ ਕੁਝ ਦਿੱਤਾ ਹੈ। ਜੇਕਰ ਜੇ ਸੰਵਿਧਾਨ ਨਾ ਹੁੰਦਾ ਤੇ ਫਿਰ ਜਿਹੜੇ ਰਾਜਨੀਤਿਕ ਨੇ ਇਸ ਦੇਸ਼ ਨੂੰ ਕਿਵੇਂ ਚਲਾਉਂਦੇ, ਅਜੇ ਵੀ ਜਦੋਂ ਸੰਵਿਧਾਨ ਦੀ ਅਵਗਿਆ ਹੁੰਦੀ ਤੇ ਡਰ ਲੱਗਦਾ, ਪਰ ਫਿਰ ਵੀ ਸੰਵਿਧਾਨ ਦੀ ਤਾਕਤ ਐਡੀ ਵੱਡੀ ਹੈ ਕਿ ਚਾਹ ਕੇ ਵੀ ਉਹਦੀ ਉਲੰਘਣਾ ਲੋੜੋਂ ਵੱਧ ਕੋਈ ਕਰ ਨਹੀਂ ਸਕਦਾ। ਬਾਬਾ ਸਾਹਿਬ ਨੂੰ ਜਿੰਨੀ ਰਾਜਨੀਤੀ ਦੀ ਸਮਝ ਸੀ, ਜਿੰਨੀ ਫਾਈਨੈਂਸ ਤੇ ਇਕਨੋਮਿਕਸ ਦੀ ਸਮਝ ਸੀ, ਉਸ ਤੋਂ ਵੀ ਵੱਧ ਉਹਨਾਂ ਨੂੰ ਸੋਸ਼ਲ ਸਾਇੰਸਿਸ ਦੀ ਸਮਝ ਸੀ। ਲੋਕਾਂ ਦੀ ਮਾਨਸਿਕਤਾ ਨੂੰ ਸਮਝਦੇ ਸੀ ਕਿ ਕਿਵੇਂ ਲੋਕਾਂ ਨੂੰ ਸਾਂਭਿਆ ਜਾ ਸਕਦਾ, ਕਿਵੇਂ ਬਚਾਇਆ ਜਾ ਸਕਦਾ। ਜਿੰਨੇ ਚਿਹਰੇ ਇੱਥੇ ਮੌਜੂਦ ਨੇ, ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਤੁਸੀਂ ਕਿਸੇ ਨਾ ਕਿਸੇ ਸੋਸ਼ਲ ਆਰਗੇਨਾਈਜੇਸ਼ਨ ਦਾ ਹਿੱਸਾ ਹੋ। ਮੈਨੂੰ ਬੜੀ ਖੁਸ਼ੀ ਹੋਈ। ਇੱਕ ਅਧਿਆਪਕ ਉਂਝ ਹੀ ਖੁਸ਼ ਹੋਈ ਜਾਂਦਾ ਜਦੋਂ ਉਹਦੇ ਸਟੂਡੈਂਟ ਤਰੱਕੀਆਂ ਕਰਦੇ ਨੇ, ਤੇ ਮੈਨੂੰ ਲੱਗਦਾ ਦੁਨੀਆ 'ਤੇ ਕੋਈ ਐਸਾ ਪ੍ਰੋਫੈਸ਼ਨ ਨਹੀਂ ਜਿੱਥੇ ਕੋਈ ਦੂਸਰੇ ਦੀ ਪ੍ਰਾਪਤੀ ਨੂੰ ਆਪਣੀ ਕਹਿ ਸਕੇ। ਅਸੀਂ ਅਧਿਆਪਕ ਬੜੇ ਲੱਕੀ ਹਾਂ ਕਿ ਜਦੋਂ ਕੋਈ ਵਿਦਿਆਰਥੀ, ਜਿਵੇਂ ਹੁਣ ਕਵਿਤਾ 'ਚ ਸਰਦਾਰ ਰਣਜੀਤ ਸਿੰਘ ਹਰਾਂ ਨੇ ਕੋਈ ਲਫ਼ਜ਼ ਛੱਡਿਆ ਨਹੀਂ, ਭਾਵ ਕੱਢ ਕੇ ਰੱਖ ਦਿੱਤਾ, ਉਹਦੇ ਬਾਅਦ ਨਾ ਬੋਲਣਾ ਉਂਝ ਚੁੱਪ ਕਰਕੇ ਸੋਚੀ ਜਾਣਾ ਹੁੰਦਾ। ਜਿੰਨੀ ਵਧੀਆ ਕਵਿਤਾ ਇਹਨਾਂ ਨੇ ਪੜ੍ਹੀ ਹੈ, ਅੱਜ ਦੇ ਦਿਨ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਦੇਖੋ ਗੱਲ ਇਵੇਂ ਹੁੰਦੀ ਕਿ ਜਿਵੇਂ ਪਹਿਲਾਂ ਗੱਲਾਂ ਹੋਈਆਂ ਨੇ ਵੀ ਬਾਅਦ ਵਿੱਚ ਯਾਦ ਨਹੀਂ ਰੱਖਦੇ। ਅਸਲ ਵਿੱਚ ਜੋ ਸੰਵਿਧਾਨ ਨੇ ਇਸ ਦੇਸ਼ ਨੂੰ ਦੇ ਦਿੱਤਾ ਹੈ, ਉਹ ਕੋਈ ਵੀ ਉਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ। ਅੱਜ ਜਿੰਨੇ ਵੀ ਨਿਆਂ ਹੁੰਦਾ ਪਿਆ, ਨਿਆਂ ਦਾ ਆਧਾਰ ਸਿਰਫ ਤੇ ਸਿਰਫ ਸੰਵਿਧਾਨ ਹੈ। ਅਸੀਂ ਸਾਰੇ ਖੁਸ਼ ਨਸੀਬ ਹਾਂ ਕਿ ਸਾਨੂੰ ਐਡਾ ਬੁੱਧੀਮਾਨ ਉਸ ਸਮੇਂ 'ਚ ਅੱਜ ਦੇ ਸਮੇਂ ਬੱਚੇ ਜਦੋਂ ਸਕੂਲ ਜਾਂਦੇ ਨੇ ਨਾ, ਤੇ ਪੇਰੈਂਟਸ ਉਹਨਾਂ ਦੀ ਮਦਦ ਕਰਦੇ ਨੇ। ਪੇਰੈਂਟਸ ਹੱਥਾਂ ਤੇ ਚੁੱਕੀ ਰੱਖਦੇ ਨੇ, ਖਾਣਾ ਤਰਲੇ ਕਰਕੇ ਖਵਾਉਂਦੇ ਨੇ, ਫੀਸਾਂ ਭਰਦੇ ਨੇ ਤੇ ਸਕੂਲ ਭੇਜਦੇ ਨੇ। ਜਿਸ ਵੇਲੇ ਬਾਬਾ ਸਾਹਿਬ ਪੜ੍ਹੇ ਹੋਣਗੇ, ਕਿੰਨੇ ਸੰਘਰਸ਼ 'ਚੋਂ ਪੜ੍ਹੇ ਹੋਣਗੇ, ਅੰਦਾਜ਼ਾ ਲਾਇਆ ਜਾ ਸਕਦਾ ਹੈ। ਅਸੀਂ ਬੜੇ ਲੱਕੀ ਹਾਂ ਕਿ ਅਸੀਂ ਉਸ ਦੇਸ਼ ਵਿੱਚ ਪੈਦਾ ਹੋਏ ਹਾਂ ਜਿੱਥੇ ਇਵੇਂ ਦਾ ਸੰਵਿਧਾਨ ਹੈ ਜਿਹੜਾ ਸਭ ਨੂੰ ਬਰਾਬਰੀ ਦਿੰਦਾ ਹੈ। ਤੇ ਇੱਕ ਗੱਲ ਹੈ, ਸੰਵਿਧਾਨ ਨਹੀਂ ਹੈ, ਸੰਵਿਧਾਨ ਤੇ ਹੈ ਹੀ ਹੈ। ਤਾਕਤ ਅੰਦਰ ਹੁੰਦੀ, ਜਿੱਥੇ ਕਿਤੇ ਅਨਿਆਂ ਹੋਏ ਉੱਥੇ ਫਿਰ ਆਪਣਾ ਭਲਾ ਬੁਰਾ ਬਿਲਕੁਲ ਨਹੀਂ ਵਿਚਾਰਨਾ ਚਾਹੀਦਾ, ਉੱਥੇ ਸੱਚ ਦਾ ਸਾਥ ਦੇਣਾ ਚਾਹੀਦਾ। ਇਸ ਯੁੱਗ ਵਿੱਚ ਸਭ ਤੋਂ ਮਾੜੀ ਗੱਲ ਇਹੀ ਹੈ ਕਿ ਜਿਹੜੇ ਲੋਕ ਸਮਰੱਥ ਨੇ ਉਹ ਆਪਣੇ ਨਿੱਕੇ ਨਿੱਕੇ ਲਾਲਚ ਤੇ ਡਰ ਕਰਕੇ ਬੋਲਦੇ ਨਹੀਂ। ਜੇ ਅਸੀਂ ਆਪਣਾ ਡਰ ਤੇ ਲਾਲਚ ਛੱਡ ਕੇ ਸੱਚੀ ਇਮਾਨਦਾਰੀ ਨਾਲ ਸੱਚ ਨੂੰ ਸੱਚ ਕਹਿਣ ਲੱਗੀਏ, ਤੇ ਬਾਬਾ ਸਾਹਿਬ ਨੇ ਜਿਹੜੀ ਮਿਹਨਤ ਕੀਤੀ, ਜੋ ਦੇਣ ਨੇ, ਉਹ ਸਫਲ ਹੋਏਗੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਔਰ ਕੀ ਬਾਤ ਹੈ ਜੀ ਪ੍ਰਿੰਸੀਪਲ ਸਾਹਿਬ, ਤੁਸੀਂ ਤਾਂ ਗਾਗਰ 'ਚ ਸਾਗਰ ਭਰਤਾ, ਅਸੀਂ ਵੀ ਨਹੀਂ ਇੰਨੇ ਸ਼ਬਦ ਬੋਲ ਸਕਦੇ ਤੇ। ਸੋ ਦਿਲ ਦੀ ਗਹਿਰਾਈ ਨਾਲ ਧੰਨਵਾਦ। ਸਾਡੇ ਬੈਂਕ ਮੈਨੇਜਰ ਸਾਹਿਬ ਗਿੱਲ ਸਾਹਿਬ